ਮਾਨ ਸਰਕਾਰ ਸੂਬੇ ਦੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਲਗਾਤਾਰ ਤਤਪਰ। ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਮਿਲਕਫੈਡ ਦੇ ਸੀਨੀਅਰ ਅਧਿਕਾਰੀਆਂ ਨਾਲ ਦੇਸ਼ ਵਿਦੇਸ਼ ਅਤੇ ਹੋਰਨਾਂ ਸੂਬਿਆਂ ਵਿੱਚ ਦੁੱਧ ਉਤਪਾਦਾਂ ਨੂੰ ਉਤਸ਼ਾਹਿਤ ਕਰਨ ਲਈ ਕੀਤੀ ਮੀਟਿੰਗ, ਜਿਸ 'ਚ ਵੇਰਕਾ ਦੇ ਉਤਪਾਦਾਂ ਨੂੰ ਦੂਜੇ ਰਾਜਾਂ ਅਤੇ ਵਿਦੇਸ਼ਾਂ ਵਿੱਚ ਪਹੁੰਚਾਉਣ ਦੀ ਨੀਤੀ ਬਾਰੇ ਕੀਤਾ ਗਿਆ ਵਿਚਾਰ। ਇਸ ਦੇ ਨਾਲ ਹੀ ਸੀਐਮ ਮਾਨ ਨੇ ਕਿਹਾ ਕਿ ਅਸੀਂ ਪੰਜਾਬ ਦੇ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥਾਂ ਨੂੰ ਦੇਸ਼ ਅਤੇ ਦੁਨੀਆ ਦੇ ਲੋਕਾਂ ਤੱਕ ਪਹੁੰਚਾ ਕੇ ਕਿਸਾਨਾਂ ਦੀ ਆਮਦਨ ਦੇ ਟੀਚੇ ਵਧਾਉਣ ਦੀ ਕਰ ਰਹੇ ਹਾਂ ਕੰਮ। ਪੰਜਾਬ ਵਿੱਚ ਸਬਸਿਡੀ ਦੀ ਕਾਲਾਬਾਜ਼ਾਰੀ ਰੋਕਣ ਲਈ ਹੁਣ ਖੇਤੀ ਸੰਦਾਂ ਦੇ ਲੇਜ਼ਰ ਨਾਲ ਨੰਬਰ ਲਿਖਿਆ ਜਾਵੇਗਾ। ਇਸ ਸੰਬੰਧੀ ਖੇਤੀਬਾੜੀ ਦੇ ਕਿਸਾਨ ਭਲਾਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਦਿੱਤੇ ਹੁਕਮ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਸਬਸਿਡੀ ਵਾਲੀ ਖੇਤੀ ਮਸ਼ੀਨਰੀ ਤੇ ਲੇਜ਼ਰ ਰਾਹੀਂ ਵਿਸ਼ੇਸ਼ ਨੰਬਰ ਲਗਾਉਣ ਦੇ ਹੁਕਮ ਦਿੱਤੇ ਹਨ ਤਾਂ ਜੋ ਸਬਸਿਡੀ ਤੇ ਨਾ ਕੋਈ ਕਾਲਾਬਾਜ਼ਾਰੀ ਹੋ ਸਕੇ। ਇਸ ਨੂੰ ਰੋਕਣ ਲਈ ਲੇਜ਼ਰ ਲਗਾਉਣ ਦੇ ਆਦੇਸ਼ ਦਿੱਤੇ ਗਏ ਨੇ ਤਾਂ ਜੋ ਇਸ ਮਸ਼ੀਨਰੀ ਨੂੰ ਸਬਸਿਡੀ ਲਈ ਦੁਬਾਰਾ ਵਰਤਿਆ ਨਾ ਜਾ ਸਕੇ, ਕਿਉਂਕਿ ਸਰਕਾਰ ਇਸ ਤੇ 50% ਦੀ ਸਬਸਿਡੀ ਦਿੰਦੀ ਹੈ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਟਵੀਟ ਕਰਕੇ ਦਿੱਤੀ ਜਾਣਕਾਰੀ। ਰਾਜ ਨੇ 5 ਮਹੀਨਿਆਂ ਵਿੱਚ ਜੀਐਸਟੀ ਮਾਲੀਏ ਵਿੱਚ 17% ਦਾ ਕੀਤਾ ਵਾਧਾ। ਉਹਨਾਂ ਲਿਖਿਆ, ਪੰਜਾਬ ਵਿੱਚ ਅਗਸਤ 2022 ਵਿੱਚ ਜੀਐਸਟੀ ਦੇ ਮਾਲੀਏ ਵਿੱਚ ਵਾਧਾ ਦਰਜ ਕੀਤਾ ਗਿਆ। ਵਿੱਤੀ ਸਾਲ 22-23 ਦੇ ਵਿੱਚ ਮਹੀਨਿਆਂ ਵਿੱਚ ਰਾਜ ਨੇ ਵਿੱਤੀ ਸਾਲ 21-22 ਦੇ ਮੁਕਾਬਲੇ ਜੀਐਸਟੀ ਮਾਲੀਏ ਵਿੱਚ 17% ਵਾਧਾ ਦਰਜ ਕੀਤਾ। ਲੀਕੇਜ ਨੂੰ ਰੋਕਣ ਅਤੇ ਮਾਲੀਆ ਵਧਾਉਣ ਲਈ ਭਗਵੰਤ ਮਾਨ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਦੇ ਸਪਸ਼ਟ ਨਤੀਜੇ ਆ ਰਹੇ ਨੇ ਸਾਹਮਣੇ। ਥਾਣਾ ਸਿਟੀ ਦੇ ਪਿੰਡ ਠੱਕਰਪੁਰਾ 'ਚ ਚਰਚ ਦਾਖਲ ਹੋ ਕੇ ਭਗਵਾਨ ਯਿਸੂ ਮਸੀਹ ਅਤੇ ਮਦਰ ਮਰੀਅਮ ਦੀ ਮੂਰਤੀ ਨੂੰ ਤੋੜਨ ਦੇ ਮਾਮਲੇ ਨੂੰ ਲੈ ਕੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕੀਤੀ ਨਿੰਦਾ। ਉਹਨਾਂ ਕਿਹਾ ਕਿ ਇਸ ਘਟਨਾ ਦੀ ਨਿੰਦਾ ਕਰਦਾ ਸਿੱਖ ਧਰਮ ਇੱਕ ਸਹਿਣਸ਼ੀਲ ਧਰਮ ਹੈ ਅਤੇ ਦੂਜੇ ਧਰਮਾਂ ਦਾ ਅਭਿਆਸ ਕਰਨ ਦੀ ਆਜ਼ਾਦੀ ਦਿੰਦਾ ਹੈ। ਸਾਡੇ 9ਵੇਂ ਗੁਰੂ ਤੇਗ ਬਹਾਦਰ ਜੀ ਨੇ ਹਿੰਦੂ ਧਰਮ ਨੂੰ ਮੁਗਲ ਬਾਦਸ਼ਾਹ ਔਰੰਗਜ਼ੇਬ ਦੇ ਹਮਲੇ ਤੋਂ ਬਚਾਉਣ ਲਈ ਆਪਣੀ ਕੁਰਬਾਨੀ ਦਿੱਤੀ, ਜੋ ਕਿ ਸਿੱਖ ਧਰਮ ਦਾ ਸਾਰ ਹੈ। ਕੇਂਦਰ ਵੱਲੋਂ ਬਣਾਏ ਕਿਸਾਨੀ ਕਾਨੂੰਨਾਂ ਦੇ ਵਿਰੋਧ ਵਿੱਚ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਵਾਲੀ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਹੁਣ ਆਪਣੀ 25 ਸਾਲ ਪੁਰਾਣੀ ਸਰਕਾਰੀ ਰਿਹਾਇਸ਼ ਛੇਤੀ ਕਰੇਗੀ ਖਾਲੀ। 12 ਸਫਦਰਜੰਗ ਰੋਡ ਸਥਿਤ ਇਸ ਟਾਈਪ 8 ਬੰਗਲੇ ਦੇ ਬਦਲੇ ਉਸ ਨੂੰ ਲੋਧੀ ਸਟੇਟ ਵਿਖੇ ਇੱਕ ਸਾਂਝਾ ਪੂਲ ਟਾਈਪ 6 ਬੰਗਲਾ ਅਲਾਟ ਕੀਤਾ ਜਾ ਰਿਹਾ ਹੈ। ਪੰਜਾਬ ਪੁਲਿਸ ਨੇ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ 6 ਸਾਥੀਆਂ ਨੂੰ ਕੀਤਾ ਕਾਬੂ, ਜਿਸ ਵਿੱਚ 3 ਸ਼ੂਟਰ, 3 ਡਰੱਗ ਤਸਕਰ। ਐਸਐਸਪੀ ਸਵਪਨ ਸ਼ਰਮਾ ਨੇ ਦੱਸਿਆ ਕਿ ਇਹਨਾਂ ਕੋਲ 5 ਹਥਿਆਰ, 1.5 ਕਿਲੋ ਹੈਰੋਇਨ, 9 ਲੱਖ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਗਈ। ਇਸ ਤੋਂ ਪਹਿਲਾਂ ਪੁਲਿਸ ਨੇ ਜੰਡਿਆਲਾ ਵਿੱਚ ਦੇਰ ਰਾਤ ਗੋਲੀਬਾਰੀ ਦੌਰਾਨ ਇਸ ਗਿਰੋਹ ਦੇ 2 ਮੈਂਬਰਾਂ ਨੂੰ ਕੀਤਾ ਸੀ ਗ੍ਰਿਫਤਾਰ। ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਅੱਜ ਰਿਮਾਂਡ ਖਤਮ। ਮੋਹਾਲੀ ਕੋਰਟ 'ਚ ਕੀਤਾ ਗਿਆ ਪੇਸ਼। ਅਦਾਲਤ ਨੇ ਉਸ ਨੂੰ ਜੁਡੀਸ਼ੀਅਲ ਰਿਮਾਂਡ ਤੇ ਭੇਜ ਦਿੱਤਾ। ਮੋਹਾਲੀ ਅਦਾਲਤ ਤੋਂ ਬਾਅਦ ਲਾਰੈਂਸ ਬਿਸ਼ਨੋਈ ਨੂੰ ਖਰੜ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਉਸ ਨੂੰ 10 ਦਿਨ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ। ਸੰਯੁਕਤ ਕਿਸਾਨ ਮੋਰਚੇ ਵੱਲੋਂ ਘਟ ਰਹੇ ਪਾਣੀ ਦੇ ਮੁੱਦੇ ਉੱਪਰ ਕੀਤੀ ਚਰਚਾ। ਕਿਸਾਨ ਨੇਤਾ ਰਾਜੇਵਾਲ ਵੱਲੋਂ ਅੱਜ ਜਲੰਧਰ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸ ਵਿੱਚ ਉਹਨਾਂ ਪੰਜਾਬ ਦੇ ਕਈ ਮੁੱਦਿਆਂ, ਖਾਸ ਕਰਕੇ ਪਾਣੀ ਜੋ ਘਟ ਰਿਹਾ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ, ਜਿਸ ਤੇ ਸਾਰਿਆਂ ਨੇ ਗੰਭੀਰਤਾ ਪ੍ਰਗਟਾਈ ਅਤੇ ਜਲਦੀ ਹੀ ਸਾਰੇ ਕਿਸਾਨ ਵਰਗ ਇਸ ਤੇ ਹੱਥ ਮਿਲਾਉਣਗੇ ਤੇ ਇਸ ਉੱਪਰ ਰਣਨੀਤੀ ਕਰਨਗੇ ਤਿਆਰ। ਇੱਕ ਵਾਰ ਫਿਰ ਅੰਤਰਰਾਸ਼ਟਰੀ ਹਵਾਬਾਜ਼ੀ ਖੇਤਰ ਵਿੱਚ ਚਮਕ ਆਵੇਗੀ ਅਤੇ ਏਅਰਪੋਰਟ ਅਥਾਰਟੀ ਆਫ ਇੰਡੀਆ ਵੱਲੋਂ ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਕੰਮ ਜਲਦੀ ਮੁਕੰਮਲ ਕੀਤਾ ਜਾਵੇਗਾ। ਇਹ ਭਰੋਸਾ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਜੋਤਿਰਾਦਿੱਤਿਆ ਸਿੱਧਿਆ ਨੇ ਪੰਜਾਬ ਤੋਂ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਨੂੰ ਦਿੱਲੀ ਵਿਖੇ ਹੋਈ ਮੀਟਿੰਗ ਦੌਰਾਨ ਦਿੱਤਾ। ਮੀਟਿੰਗ ਦੌਰਾਨ ਪੰਜਾਬ ਵਿੱਚ ਹਵਾਬਾਜ਼ੀ ਖੇਤਰ ਦੇ ਵਿਕਾਸ ਨਾਲ ਸੰਬੰਧਿਤ ਅਹਿਮ ਵਿਸ਼ਿਆਂ ਤੇ ਚਰਚਾ ਕੀਤੀ। ਜ਼ੋਮੈਟੋ ਫੂਡ ਡਿਲੀਵਰੀ ਸਰਵਿਸ ਵਿੱਚ ਕੰਮ ਕਰਨ ਵਾਲੇ ਨੌਜਵਾਨਾਂ ਵੱਲੋਂ ਕੰਪਨੀ ਦੀਆਂ ਨਵੀਆਂ ਨੀਤੀਆਂ ਖਿਲਾਫ ਪ੍ਰਦਰਸ਼ਨਕਾਰੀਆਂ ਦੇ ਵੱਲੋਂ 10 ਰੁਪਏ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਮਿਹਨਤਾਨੇ ਦੀ ਕੀਤੀ ਮੰਗ ਅਤੇ ਕੰਪਨੀ ਨੂੰ ਅਨਸੇਫ ਇਲਾਕਿਆਂ ਵਿੱਚ ਰਾਤ ਦੀ ਸਰਵਿਸ ਬੰਦ ਕਰਨ ਦੀ ਕਹੀ ਗੱਲ। ਪ੍ਰਗਤੀਸ਼ੀਲ ਸਮਾਜਵਾਦੀ ਪਾਰਟੀ ਲੋਹੀਆ ਪ੍ਰਧਾਨ ਸ਼ਿਵਪਾਲ ਸਿੰਘ ਯਾਦਵ ਨੌ ਯਾਦਾਵਾਂ ਅਤੇ ਹੋਰ ਪਛੜੀਆਂ ਜਾਤੀਆਂ ਨੂੰ ਇਕਜੁੱਟ ਕਰਨ ਲਈ ਯਾਦਕੁਲ ਪੁਨਰ ਜਾਗਰਣ ਮਿਸ਼ਨ ਸ਼ੁਰੂ ਕਰਨ ਦਾ ਕੀਤਾ ਐਲਾਨ। ਬਾਹੂਬਲੀ ਦੇ ਸਾਬਕਾ ਸੰਸਦ ਮੈਂਬਰ ਦੀਪਤੀ ਯਾਦਵ ਨੂੰ ਇਸ ਦਾ ਪ੍ਰਧਾਨ ਬਣਾਇਆ ਗਿਆ। ਇਸ ਮਿਸ਼ਨ ਦੇ ਐਲਾਨ ਦੇ ਸਬੰਧ ਵਿੱਚ ਆਯੋਜਿਤ ਪ੍ਰੈਸ ਕਾਨਫਰੰਸ ਦੌਰਾਨ ਇੱਕ ਸਵਾਲ ਤੇ ਸ਼ਿਵਪਾਲ ਨੇ ਕਿਹਾ ਕਿ ਇਹ ਸੰਗਠਨ ਕਿਸੇ ਸਿਆਸੀ ਪਾਰਟੀ ਦੇ ਸਮਰਥਨ ਜਾਂ ਵਿਰੋਧ ਵਿੱਚ ਨਹੀਂ ਹੈ, ਨਾ ਹੀ ਇਸ ਰਾਹੀਂ ਕਿਸੇ ਨੂੰ ਨਿਸ਼ਾਨਾ ਬਣਾਇਆ ਜਾਵੇਗਾ। ਸਿੱਕਮ ਵਿੱਚ ਭਾਰੀ ਬਾਰਿਸ਼ ਕਾਰਨ ਕਈ ਥਾਵਾਂ ਤੇ ਸੜਕਾਂ ਬੰਦ। ਅਧਿਕਾਰੀਆਂ ਨੇ ਲੋਕਾਂ ਨੂੰ ਸਿਰਫ ਜ਼ਰੂਰੀ ਹੋਣ ਤੇ ਹੀ ਘਰ ਛੱਡਣ ਲਈ ਕਿਹਾ ਹੈ। ਪੂਰਬੀ ਸਿੱਕਮ ਵਿੱਚ ਸਿੰਗਾਤਮ ਅਤੇ ਰੰਗਪੋ ਦੇ ਵਿਚਕਾਰ 20 ਮੀਲ ਦੇ ਇੱਕ ਖੇਤਰ ਵਿੱਚ ਜ਼ਮੀਨ ਖਿਸਕਣ ਕਾਰਨ ਰਾਸ਼ਟਰੀ ਰਾਜਮਾਰਗ 20 ਬੰਦ ਹੋ ਗਿਆ ਅਤੇ ਗੰਗਕੋਟ ਨਾਲ ਖੇਤਰ ਦਾ ਸੰਪਰਕ ਟੁੱਟ ਗਿਆ। ਸਿੱਕਮ ਦੀ ਰਾਜਧਾਨੀ ਨੂੰ ਪੱਛਮੀ ਬੰਗਾਲ ਦੇ ਸਿਲੀਗੁੜੀ ਨਾਲ ਜੋੜਨ ਵਾਲਾ ਮੁੱਖ ਮਾਰਗ ਇਸ ਹਫ਼ਤੇ ਦੂਜੀ ਵਾਰ ਹੋਇਆ ਬੰਦ। ਭਾਰਤੀ ਪ੍ਰਸ਼ਾਸਨਿਕ ਸੇਵਾ ਅਧਿਕਾਰੀ ਪਵਨ ਕੁਮਾਰ ਬੋਰਠਾਕੁਰ ਨੇ ਅਸਾਮ ਦੇ ਨਵੇਂ ਮੁੱਖ ਸਕੱਤਰ ਦਾ ਅਹੁਦਾ ਸੰਭਾਲਿਆ। ਉਹ ਸੇਵਾ ਮੁਕਤ ਹੋਏ ਜਿਸ਼ਨੂ ਬਰੂਆ ਦੀ ਥਾਂ ਲੈਣਗੇ। ਬੋਰਠਾਕੁਰ 1999 ਬੈਚ ਦੇ IAS ਅਧਿਕਾਰੀ ਹਨ। ਉਹ ਤਬਦੀਲੀ ਅਤੇ ਵਿਕਾਸ, ਸੱਭਿਆਚਾਰਕ ਮਾਮਲੇ ਤੇ ਸੈਰ ਸਪਾਟਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਵਜੋਂ ਕੰਮ ਕਰ ਰਹੇ ਹਨ। ਉਹ ਅਸਾਮ ਪ੍ਰਸ਼ਾਸਨਿਕ ਟ੍ਰਿਬਿਊਨਲ ਦੇ ਚੇਅਰਮੈਨ ਹਨ। ਬਰੂਆ ਅਸਾਮ ਇਲੈਕਟ੍ਰਿਸਿਟੀ ਡਿਸਟ੍ਰੀਬਿਊਸ਼ਨ ਕੰਪਨੀ ਲਿਮਟਿਡ ਦੇ ਚੇਅਰਮੈਨ ਵਜੋਂ 2 ਸਾਲ ਜਾਂ ਅਗਲੇ ਹੁਕਮਾਂ ਤੱਕ ਰਹਿਣਗੇ। ਫੌਜ ਨੇ ਉੱਤਰੀ ਸਿੱਕਮ ਦੇ ਯੁਮਥਾਂਗ ਘਾਟੀ ਵਿੱਚ ਫਸੇ ਔਰਤਾਂ ਤੇ ਬੱਚਿਆਂ ਸਮੇਤ 74 ਸੈਲਾਨੀਆਂ ਨੂੰ ਬਚਾਇਆ। ਜਾਣਕਾਰੀ ਰੱਖਿਆ ਵਿਭਾਗ ਵੱਲੋਂ ਜਾਰੀ ਇੱਕ ਬਿਆਨ ਰਾਹੀਂ ਦਿੱਤੀ ਗਈ। ਬਰਫੀਲੇ ਤੂਫਾਨ 'ਚ ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ। ਬਰਫ਼ਬਾਰੀ ਕਾਰਨ ਸੈਲਾਨੀਆਂ ਦੇ 8 ਵਾਹਨ ਫਸ ਗਏ, ਜਿਸ ਤੋਂ ਬਾਅਦ ਲੱਕੜ ਦੇ ਤਖਤਿਆਂ ਅਤੇ ਰੱਸੀਆਂ ਦੀ ਮਦਦ ਨਾਲ ਫੁੱਟਪਾਥ ਬਣਾਇਆ ਗਿਆ ਅਤੇ ਸੈਲਾਨੀਆਂ ਨੂੰ ਬਚਾਉਣ ਲਈ ਮਨੁੱਖੀ ਚੈਨ ਬਣਾਈ ਗਈ।
ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ 1993 ਦੇ ਮੁੰਬਈ ਧਮਾਕਿਆਂ ਦੇ ਮੁੱਖ ਦੋਸ਼ੀ ਗੈਂਗਸਟਰ ਦਾਊਦ ਇਬਰਾਹਿਮ ਦੀ ਗ੍ਰਿਫਤਾਰੀ ਲਈ ਕੋਈ ਵੀ ਜਾਣਕਾਰੀ ਦੇਣ ਲਈ 25 ਲੱਖ ਰੁਪਏ ਦੇ ਇਨਾਮ ਦਾ ਕੀਤਾ ਐਲਾਨ। ਅੰਡਰਵਰਲਡ ਡੌਨ ਦਾਊਦ ਇਬਰਾਹਿਮ ਦੇ ਕਰੀਬੀ ਸ਼ਕੀਲ ਸ਼ੇਖ ਉਰਫ ਛੋਟਾ ਸ਼ਕੀਲ ਤੇ 20 ਲੱਖ ਰੁਪਏ ਦਾ ਇਨਾਮ ਅਤੇ ਉਸ ਦੇ ਸਾਥੀਆਂ ਹਾਜੀ ਅਨੀਸ ਉਰਫ ਅਨੀਸ ਇਬਰਾਹਿਮ, ਸ਼ੇਖ ਜਾਵੇਦ ਪਟੇਲ ਉਰਫ ਜਾਵੇਦ ਚਿਕਨਾ ਅਤੇ ਇਬਰਾਹਿਮ ਮੁਸ਼ਤਾਕ ਅਬਦੁਲ ਰਜ਼ਾਕ ਮੇਮਕ ਉਰਫ ਟਾਈਗਰ ਮੇਮਨ ਤੇ 15-15 ਲੱਖ ਰੁਪਏ ਦੇ ਇਨਾਮ ਦਾ ਐਲਾਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਨੂੰ ਤੱਟੀ ਸ਼ਹਿਰ ਮੰਗਲੁਰੂ ਦਾ ਦੌਰਾ ਕਰਨਗੇ, ਜਿੱਥੇ ਉਹ ਲਗਭਗ 3800 ਕਰੋੜ ਰੁਪਏ ਦੇ ਮਸ਼ੀਨੀਕਰਨ ਅਤੇ ਉਦਯੋਗੀਕਰਨ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ। ਵੱਡੇ ਰੈਲੀ ਨੂੰ ਵੀ ਕੀਤਾ ਜਾਵੇਗਾ ਸੰਬੋਧਿਤ। ਗੁਆਂਢੀ ਸੂਬੇ ਕੇਰਲ 'ਚ ਸਮਾਗਮਾਂ 'ਚ ਸ਼ਿਰਕਤ ਕਰਨ ਤੋਂ ਬਾਅਦ ਮੋਦੀ ਬੰਦਰਗਾਹੀ ਸ਼ਹਿਰ ਮੰਗਲੁਰੂ ਪਹੁੰਚਣਗੇ ਅਤੇ ਇੱਥੇ ਕੁਝ ਘੰਟੇ ਰੁਕਣਗੇ। ਮਹਾਰਾਸ਼ਟਰ ਦੇ ਥਾਣੇ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦੇ 330 ਨਵੇਂ ਮਾਮਲੇ ਆਏ ਸਾਹਮਣੇ। ਇੱਥੇ ਸੰਕਰਮਿਤਾਂ ਦੀ ਗਿਣਤੀ ਵੱਧ ਕੇ 7,41,985 ਹੋ ਗਈ। ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਈ 11,993। ਜ਼ਿਲ੍ਹੇ ਵਿੱਚ ਕੁੱਲ 2,369 ਲੋਕ ਕੋਰੋਨਾ ਵਾਇਰਸ ਦੀ ਲਾਗ ਲਈ ਇਲਾਜ ਅਧੀਨ। ਅਧਿਕਾਰਤ ਅੰਕੜਿਆਂ ਦੇ ਅਨੁਸਾਰ ਥਾਣੇ ਵਿੱਚ ਹੁਣ ਤੱਕ 7,28,094 ਲੋਕ ਹੋਏ ਠੀਕ। ਤੇਲੰਗਾਨਾ ਦੇ ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਮਾਂ ਪਯੋਲਾ ਮਾਈਨੋ ਦੇ ਦੇਹਾਂਤ ਤੇ ਸੋਗ ਪ੍ਰਗਟ ਕੀਤਾ। ਮੁੱਖ ਮੰਤਰੀ ਦਫ਼ਤਰ ਵੱਲੋਂ ਜਾਰੀ ਇੱਕ ਬਿਆਨ ਅਨੁਸਾਰ ਰਾਓ ਨੇ ਸੋਨੀਆ ਗਾਂਧੀ ਅਤੇ ਦੁਖੀ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਪ੍ਰਤੀ ਹਮਦਰਦੀ ਪ੍ਰਗਟਾਈ। ਦੱਸ ਦਈਏ ਪਯੋਲਾ ਮਾਈਨੋ ਦੀ ਸ਼ਨੀਵਾਰ ਨੂੰ ਇਟਲੀ 'ਚ ਉਹਨਾਂ ਦੇ ਘਰ 'ਚ ਹੀ ਮੌਤ ਹੋ ਗਈ ਤੇ ਮੰਗਲਵਾਰ ਨੂੰ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਜੰਮੂ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ 'ਚ ਸਪੋਰ ਇਲਾਕੇ 'ਚ ਸੁਰੱਖਿਆ ਬਲਾਂ ਨਾਲ ਰਾਤ ਭਰ ਚੱਲੇ ਮੁਕਾਬਲੇ 'ਚ ਜੈਸ਼-ਏ-ਮੁਹੰਮਦ ਦੇ 2 ਅੱਤਵਾਦੀ ਮਾਰੇ ਗਏ। ਸੁਰੱਖਿਆ ਬਲਾਂ ਵੱਲੋਂ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕਰਨ ਤੋਂ ਬਾਅਦ ਬੁੱਧਵਾਰ ਰਾਤ ਨੂੰ ਸਪੋਰ ਸ਼ਹਿਰ ਦੇ ਬੋਮਈ ਖੇਤਰ ਵਿੱਚ ਝੜਪ ਹੋਈ। ਗੋਲੀਬਾਰੀ 'ਚ ਇੱਕ ਨਾਗਰਿਕ ਜ਼ਖਮੀ ਹੋ ਗਿਆ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਦੋਵੇਂ ਅੱਤਵਾਦੀ ਨਾਗਰਿਕਾਂ ਤੇ ਹਮਲੇ ਦੀ ਸਾਜ਼ਿਸ਼ ਰਚ ਰਹੇ ਨੇ। ਦਿੱਲੀ ਵਿਖੇ ਸਫਦਰਜੰਗ ਹਸਪਤਾਲ ਵਿਖੇ ਹੋਸਟਲ ਦੇ ਕਮਰੇ 'ਚ MBBS ਦੇ ਫਾਈਨਲ ਸਾਲ ਦੀ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ। ਜਾਂਚ ਪੁਲਿਸ ਨੂੰ ਲੜਕੀ ਦੀ ਨਿੱਜੀ ਡਾਇਰੀ ਮਿਲੀ, ਜਿਸ 'ਚ ਸੁਸਾਈਡ ਨੋਟ ਦੇ ਨਾਲ ਕਮਰੇ 'ਚ ਡਿਪਰੈਸ਼ਨ ਦੀਆਂ ਦਵਾਈਆਂ ਦੇ ਮਿਲੇ 2 ਪੈਕੇਟ। ਫਿਲਹਾਲ ਪੁਲਿਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਕੀਤਾ ਦਰਜ। ਗੋਮਤੀ ਨਦੀ ਦੀ ਸਫਾਈ ਅਤੇ ਵਾਟਰ ਕੋਰਸ ਦੀ ਸਫਾਈ ਹੁਣ ਆਰਟੀਫੀਸ਼ੀਅਲ ਇੰਟੈਲੀਜੈਂਸ ਸਮਰਥਿਤ ਰੋਬੋਟਿਕ ਗਾਰਬੇਜ ਬੋਟ ਨਾਲ ਕੱਢੀ ਜਾਵੇਗੀ। ਸਧਾਰਨ ਕੂੜੇ ਦੇ ਨਾਲ ਬਰੀਕ ਕੂੜੇ ਨੂੰ ਬਾਹਰ ਕੱਢਣ ਲਈ ਇੱਕ ਕਿਸ਼ਤੀ ਬਣਾਈ ਗਈ ਹੈ, ਜੋ ਹਰ ਘੰਟੇ ਦਰਿਆ ਵਿੱਚੋਂ 2 ਕੁਇੰਟਲ ਕੂੜਾ ਬਿਨਾਂ ਪ੍ਰਦੂਸ਼ਣ ਦੇ ਕੱਢੇਗੀ। ਸੈਂਟਰ ਫਾਰ ਇਨੋਵੇਸ਼ਨ ਪਾਲਿਸੀ ਐਂਡ ਸੋਸ਼ਲ ਚੇਂਜ ਦੇ ਮਾਹਰਾਂ ਦੁਆਰਾ ਤਿਆਰ ਕੀਤੀ ਗਈ ਕਿਸ਼ਤੀ ਦਾ ਗੋਮਤੀ ਦੇ ਲਕਸ਼ਮਣ ਮੇਲਾ ਘਾਟ ਤੇ ਚੱਲ ਰਿਹਾ ਪ੍ਰੀਖਣ। ਕਸ਼ਮੀਰ ਪ੍ਰਸ਼ਾਸਨਿਕ ਸੇਵਾ ਦੀ ਇੱਕ ਮਹਿਲਾ ਅਧਿਕਾਰੀ ਨੇ ACB ਦੇ ਇੱਕ ਸੀਨੀਅਰ ਪੁਲਿਸ ਅਧਿਕਾਰੀ ਖਿਲਾਫ ਹਾਈ ਕੋਰਟ ਵਿੱਚ ਜਿਨਸੀ ਸ਼ੋਸ਼ਣ ਦੀ ਕੀਤੀ ਸ਼ਿਕਾਇਤ। ਸ਼ਿਕਾਇਤਕਰਤਾ ਨੇ ਕਿਹਾ ਹੈ ਕਿ ACB ਅਧਿਕਾਰੀ ਨੇ ਉਸ ਖਿਲਾਫ ਸ਼ਿਕਾਇਤ ਦੀ ਪੜਤਾਲ ਦੌਰਾਨ ਜਿਨਸੀ ਸ਼ੋਸ਼ਣ ਦੀ ਮੰਗ ਕੀਤੀ। ACB ਨੇ ਬਿਨਾਂ ਕਿਸੇ ਕਾਨੂੰਨੀ ਮਨਜ਼ੂਰੀ ਦੇ ਉਸ ਵਿਰੁੱਧ ਪੜਤਾਲ ਸ਼ੁਰੂ ਕਰ ਦਿੱਤੀ ਸੀ। ਹਾਈ ਕੋਰਟ ਨੇ ਸ਼ਿਕਾਇਤ ਦਾ ਨੋਟਿਸ ਲੈਂਦਿਆਂ ACB ਨੂੰ ਹਦਾਇਤ ਕੀਤੀ ਕਿ ਸ਼ਿਕਾਇਤਕਰਤਾ ਵਿਰੁੱਧ ਹੋਰ ਕੋਈ ਤਸਦੀਕ ਨਾ ਕੀਤੀ ਜਾਵੇ ਜੋ ਉਸ ਦੀ ਪਟੀਸ਼ਨ ਦਾ ਵਿਸ਼ਾ ਹੈ ਅਤੇ ਹੁਣ ਤੱਕ ਕੀਤੀ ਗਈ ਤਸਦੀਕ ਬਾਰੇ ਸਥਿਤੀ ਰਿਪੋਰਟ ਪੇਸ਼ ਕੀਤੀ ਜਾਵੇ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੱਡੇ ਪ੍ਰਸ਼ਾਸਨਿਕ ਫੇਰਬਦਲ ਵਿੱਚ 16 ਸੀਨੀਅਰ IAS ਅਧਿਕਾਰੀਆਂ ਦੇ ਕੀਤੇ ਤਬਾਦਲੇ। ਸਭ ਤੋਂ ਮਹੱਤਵਪੂਰਨ ਤਬਾਦਲਾ ਨਵਨੀਤ ਸਹਿਗਲ ਦਾ, ਜਿਨ੍ਹਾਂ ਨੂੰ ਸੂਚਨਾ ਖਾਦੀ ਅਤੇ MSME ਵਿਭਾਗਾਂ ਤੋਂ ਹਟਾ ਦਿੱਤਾ ਗਿਆ ਅਤੇ ਹੁਣ ਖੇਡਾਂ ਦੇ ਵਧੀਕ ਮੁੱਖ ਸਕੱਤਰ ਵਜੋਂ ਤਾਇਨਾਤ ਕੀਤਾ ਗਿਆ। ਸਹਿਗਲ ਦਾ ਤਬਾਦਲਾ ਵਧੀਕ ਮੁੱਖ ਸਕੱਤਰ ਗ੍ਰਹਿ ਅਵਨੀਸ਼ ਅਵਸਥੀ ਦੇ ਅਹੁਦੇ ਤੋਂ ਸੇਵਾ ਮੁਕਤ ਹੋਣ ਤੋਂ ਇੱਕ ਦਿਨ ਬਾਅਦ ਹੋਇਆ। ਕੇਰਲ ਦੀ ਇੱਕ ਅਦਾਲਤ ਨੇ ਕਰੀਮਬਾ ਪਿੰਡ ਵਿੱਚ ਇੱਕ ਨਾਬਾਲਗ ਲੜਕੀ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਵਿੱਚ 90 ਸਾਲਾ ਵਿਅਕਤੀ ਨੂੰ ਦੋਸ਼ੀ ਕਰਾਰ ਦਿੱਤਾ। ਅਦਾਲਤ ਨੇ ਦੋਸ਼ੀ ਨੂੰ ਸੁਣਾਈ 3 ਸਾਲ ਦੀ ਸਜ਼ਾ ਨਾਲ ਹੀ 50,000 ਰੁਪਏ ਕੀਤਾ ਜੁਰਮਾਨਾ। ਰਾਜਸਥਾਨ ਵਿੱਚ ਆਮ ਨਾਲੋਂ ਵੱਧ ਬਾਰਿਸ਼ ਤੋਂ ਬਾਅਦ ਮਾਨਸੂਨ ਦੀਆਂ ਗਤੀਵਿਧੀਆਂ ਕਮਜ਼ੋਰ ਅਤੇ ਅਗਲੇ ਕੁਝ ਦਿਨਾਂ ਵਿੱਚ ਖੇਤਰ ਵਿੱਚ ਕਈ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ। ਮੌਸਮ ਵਿਭਾਗ ਅਨੁਸਾਰ ਇਸ ਸਮੇਂ ਸੂਬੇ ਦੇ ਜ਼ਿਆਦਾਤਰ ਸਥਾਨਾਂ ਤੇ ਪੱਛਮੀ ਹਵਾਵਾਂ ਚੱਲ ਰਹੀਆਂ ਹਨ ਅਤੇ ਮਾਨਸੂਨ ਟਰਫ ਲਾਈਨ ਦੂਰ ਉੱਤਰ ਵੱਲ ਸਥਿਤ ਹੈ, ਯਾਨੀ ਮੌਜੂਦਾ ਹਾਲਾਤਾਂ ਮੁਤਾਬਕ ਅਗਲੇ 5-6 ਦਿਨਾਂ ਤੱਕ ਸੂਬੇ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਮਾਨਸੂਨ ਦੀਆਂ ਕਮਜ਼ੋਰ ਗਤੀਵਿਧੀਆਂ ਹੋਣ ਦੀ ਪ੍ਰਬਲ ਸੰਭਾਵਨਾ। ਅਮਰੀਕਾ 'ਚ ਆਮ ਲੋਕਾਂ ਤੋਂ ਇਲਾਵਾ ਹੁਣ ਪੁਲਿਸ ਅਫਸਰਾਂ ਦੀ ਸੁਰੱਖਿਆ ਵੀ ਖਤਰੇ ਦੇ ਵਿੱਚ। ਤਾਜ਼ਾ ਮਾਮਲਾ ਮੈਂਫਿਸ ਦਾ ਹੈ, ਜਿੱਥੇ ਹੋਰਨ ਲੇਕ ਇਲਾਕੇ ਦੇ ਵਿੱਚ ਬਦਮਾਸ਼ਾਂ ਨੇ ਇੱਕ ਪੁਲਿਸ ਅਧਿਕਾਰੀ ਤੇ ਗੋਲੀਆਂ ਚਲਾ ਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਜ਼ਖਮੀ ਅਧਿਕਾਰੀ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਇਸ ਦੇ ਨਾਲ ਹੀ ਇਸ ਮਾਮਲੇ ਦੇ ਵਿੱਚ 3 ਮੁਲਜ਼ਮਾਂ ਨੂੰ ਹਿਰਾਸਤ 'ਚ ਲਿਆ ਗਿਆ। ਪਾਕਿਸਤਾਨ ਦੇ ਵਿੱਤ ਮੰਤਰੀ ਮਿਫਤਾਹ ਇਸਮਾਇਲ ਨੇ ਕਿਹਾ ਕਿ ਸਰਕਾਰ ਗੱਠਜੋੜ ਦੇ ਭਾਈਵਾਲਾਂ ਅਤੇ ਪ੍ਰਮੁੱਖ ਹਿੱਸੇਦਾਰਾਂ ਦੇ ਨਾਲ ਸਲਾਹ ਕਰਨ ਤੋਂ ਬਾਅਦ ਭਾਰਤ ਤੋਂ ਸਮਾਨ ਦੀ ਦਰਾਮਦ ਤੇ ਵਿਚਾਰ ਕਰੇਗੀ। ਤੁਹਾਨੂੰ ਦੱਸ ਦਈਏ ਕਿ ਦੇਸ਼ ਭਰ 'ਚ ਨਕਦੀ ਦੀ ਕਮੀ ਅਤੇ ਹੜ੍ਹ ਕਾਰਨ ਖਾਣ ਪੀਣ ਦੀਆਂ ਚੀਜ਼ਾਂ ਦੀਆਂ ਵਧੀਆਂ ਕੀਮਤਾਂ ਨੂੰ ਸਥਿਰ ਕਰਨ ਦੇ ਲਈ ਗੁਆਂਢੀ ਮੁਲਕ ਭਾਰਤ ਤੋਂ ਖਰੀਦਣਾ ਚਾਹੁੰਦਾ ਹੈ ਸਮਾਨ। ਕੰਜ਼ਰਵੇਟਿਵ ਪਾਰਟੀ ਦੇ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਰਿਸ਼ੀ ਸੁਨਕ, ਜੋ ਬ੍ਰਿਟਿਸ਼ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਦੌੜ ਦੇ ਵਿੱਚ ਆਖਰੀ ਪੜਾਅ ਤੇ ਪਹੁੰਚ ਗਏ ਨੇ, ਬ੍ਰਿਟੇਨ ਨੂੰ ਦੁਨੀਆ ਦਾ ਸਭ ਤੋਂ ਵਧੀਆ ਦੇਸ਼ ਬਣਾਉਣ ਦੇ ਲਈ ਦਿਨ ਰਾਤ ਕੰਮ ਕਰਨ ਦਾ ਵਾਅਦਾ ਕੀਤਾ ਹੈ। ਭਾਰਤੀ ਮੂਲ ਦੀ ਸੁਨਕ ਇਸ ਦੌੜ ਦੇ ਵਿੱਚ ਵਿਰੋਧੀ ਲੀਜ਼ ਟਰਸ ਦੇ ਨਾਲ ਭਿੜਨਗੇ।
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਪਾਕਿਸਤਾਨ 'ਚ ਹੜ੍ਹਾਂ ਕਾਰਨ ਹੋਏ ਮਨੁੱਖੀ ਅਤੇ ਮਾਲੀ ਨੁਕਸਾਨ ਤੇ ਦੁੱਖ ਪ੍ਰਗਟ ਕਰਨ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ। ਦਰਅਸਲ ਮੌਨਸੂਨ ਦੇ ਮੀਂਹ ਕਾਰਨ ਆਏ ਹੜ੍ਹਾਂ ਨੇ ਪੂਰੇ ਪਾਕਿਸਤਾਨ ਦੇ ਵਿੱਚ ਤਬਾਹੀ ਮਚਾਈ ਹੋਈ ਹੈ। ਹੜ੍ਹਾਂ ਅਤੇ ਜ਼ਮੀਨ ਖਿਸਕਣ ਦੇ ਨਾਲ ਪਾਕਿਸਤਾਨ ਦੇ ਵਿੱਚ 1100 ਤੋਂ ਵੱਧ ਲੋਕ ਮਾਰੇ ਗਏ ਤੇ ਦੇਸ਼ ਦੀ ਆਬਾਦੀ ਦਾ 7ਵਾਂ ਹਿੱਸਾ ਬੇਘਰ ਹੋ ਗਿਆ। ਸਾਊਦੀ ਅਰਬ ਦੀ ਇੱਕ ਅਦਾਲਤ ਨੇ ਇੱਕ ਔਰਤ ਨੂੰ ਸੋਸ਼ਲ ਮੀਡੀਆ ਦੀ ਵਰਤੋਂ ਕਰਕੇ ਦੇਸ਼ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਦੇ ਵਿੱਚ 45 ਸਾਲ ਦੀ ਸਜ਼ਾ ਸੁਣਾਈ ਹੈ। ਇੱਕ ਮਹੀਨੇ ਦੇ ਵਿੱਚ ਦੂਜਾ ਮਾਮਲਾ ਹੈ। ਉਕਤ ਔਰਤ ਨੂੰ ਅੱਤਵਾਦ ਵਿਰੋਧੀ ਅਤੇ ਸਾਈਬਰ ਕ੍ਰਾਈਮ ਕਾਨੂੰਨਾਂ ਤਹਿਤ ਸੁਣਾਈ ਗਈ ਸਜ਼ਾ। ਅਮਰੀਕਾ ਦੀ ਹਿਊਸਟਨ ਵਿੱਚ ਇੱਕ ਵਾਰ ਫਿਰ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਸਥਾਨਕ ਪੁਲਿਸ ਦੇ ਅਨੁਸਾਰ ਇੱਕ ਵਿਅਕਤੀ ਨੇ ਇੱਕ ਇਮਾਰਤ ਨੂੰ ਅੱਗ ਲਗਾ ਦਿੱਤੀ ਅਤੇ ਫਿਰ ਭੱਜ ਰਹੇ ਲੋਕਾਂ ਤੇ ਗੋਲੀਆਂ ਚਲਾ ਦਿੱਤੀਆਂ। ਇਸ ਘਟਨਾ ਦੇ ਵਿੱਚ ਘੱਟੋ-ਘੱਟ 4 ਲੋਕਾਂ ਦੀ ਮੌਤ ਹੋ ਗਈ ਹੈ ਅਤੇ 2 ਜ਼ਖਮੀ ਹੋ ਗਏ ਨੇ। ਮਰਨ ਵਾਲਿਆਂ ਵਿੱਚ 40 ਤੋਂ 60 ਸਾਲ ਦੀ ਉਮਰ ਦੇ ਸਾਰੇ ਪੁਰਸ਼ ਸ਼ਾਮਲ ਸਨ। ਤਾਲਿਬਾਨ ਨੇ 20 ਸਾਲਾਂ ਦੀ ਲੜਾਈ ਤੋਂ ਬਾਅਦ ਅਫਗਾਨਿਸਤਾਨ ਤੋਂ ਅਮਰੀਕੀ ਅਗਵਾਈ ਵਾਲੀਆਂ ਫੌਜਾਂ ਦੀ ਵਾਪਸੀ ਦੀ ਪਹਿਲੀ ਵਰ੍ਹੇਗੰਢ ਨੂੰ ਮਨਾਉਣ ਦੇ ਲਈ ਰਾਜਧਾਨੀ ਨੂੰ ਰੰਗੀਨ ਰੋਸ਼ਨੀਆਂ ਦੇ ਨਾਲ ਸਜਾਇਆ। ਇੰਨਾ ਹੀ ਨਹੀਂ, ਬੁੱਧਵਾਰ ਨੂੰ ਰਾਸ਼ਟਰੀ ਛੁੱਟੀ ਦਾ ਐਲਾਨ ਵੀ ਕੀਤਾ ਗਿਆ। ਕਾਬੁਲ ਦੇ ਰਹਿਣ ਵਾਲੇ ਇੱਕ ਸ਼ਖਸ ਨੇ ਕਿਹਾ, ਸਾਨੂੰ ਖੁਸ਼ੀ ਹੈ ਕਿ ਅੱਲਾ ਨੇ ਸਾਡੇ ਦੇਸ਼ ਨੂੰ ਕਾਫਿਰਾਂ ਤੋਂ ਕਰਵਾਇਆ ਆਜ਼ਾਦ। ਪੁਰਤਗਾਲ 'ਚ ਭਾਰਤੀ ਔਰਤ ਦੀ ਮੌਤ ਨੂੰ ਲੈ ਕੇ ਹੰਗਾਮਾ ਮਚ ਗਿਆ। ਇੰਨਾ ਹੀ ਨਹੀਂ, ਮਹਿਲਾ ਦੀ ਮੌਤ ਦੇ ਕਾਰਨ ਸਿਹਤ ਮੰਤਰੀ ਡਾਕਟਰ ਮਾਰਟਾ ਟੋਮੀਡੋ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਦਰਅਸਲ ਗਰਭਵਤੀ ਔਰਤ ਨੂੰ ਰਾਜਧਾਨੀ ਲਿਸਬਨ ਦੇ ਸਾਂਤਾ ਮਾਰੀਆ ਹਸਪਤਾਲ 'ਚ ਲਿਜਾਇਆ ਗਿਆ, ਪਰ ਉੱਥੇ ਜਣੇਪਾ ਵਾਰਡ ਦੇ ਵਿੱਚ ਬੈੱਡਾਂ ਦੀ ਘਾਟ ਹੋਣ ਦੇ ਕਾਰਨ ਉਸ ਨੂੰ ਦਾਖਲ ਨਹੀਂ ਕੀਤਾ ਗਿਆ, ਜਿਸ ਦੇ ਚਲਦੇ ਉਸ ਦੀ ਮੌਤ ਹੋ ਗਈ। ਇਤਿਹਾਸਿਕ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਸ਼੍ਰੀਲੰਕਾ ਦੀ ਮਦਦ ਦੇ ਲਈ ਅੰਤਰਰਾਸ਼ਟਰੀ ਮੁਦਰਾ ਫੰਡ ਅੱਗੇ ਆਇਆ। IMF ਨੇ ਸ਼ੁਰੂਆਤੀ ਸਮਝੌਤੇ ਤਹਿਤ ਸ਼੍ਰੀਲੰਕਾ ਨੂੰ $2.9 ਬਿਲੀਅਨ ਦਾ ਕਰਜ਼ਾ ਦੇਣ ਦੇ ਲਈ ਪ੍ਰਗਟਾਈ ਹੈ ਸਹਿਮਤੀ। ਜ਼ਿਕਰਯੋਗ ਹੈ, ਸ਼੍ਰੀਲੰਕਾ 1948 ਦੀ ਆਜ਼ਾਦੀ ਤੋਂ ਬਾਅਦ ਸਭ ਤੋਂ ਗੰਭੀਰ ਆਰਥਿਕ ਸੰਕਟ ਦੇ ਨਾਲ ਸਾਹਮਣਾ ਕਰ ਰਿਹਾ ਹੈ। ਇਸ ਸਾਲ ਦਾ ਸਭ ਤੋਂ ਖਤਰਨਾਕ ਚੱਕਰਵਾਤੀ ਤੂਫਾਨ ਜਲਦ ਹੀ ਜਾਪਾਨ ਨੂੰ ਆਪਣੀ ਲਪੇਟ 'ਚ ਲੈ ਸਕਦਾ ਹੈ। ਪੱਛਮੀ ਪ੍ਰਸ਼ਾਂਤ ਮਹਾਸਾਗਰ ਤੋਂ ਉੱਠਿਆ ਚੱਕਰਵਾਤੀ ਤੂਫਾਨ 2070 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਅੱਗੇ ਵਧ ਰਿਹਾ ਹੈ। ਇਸ ਨੂੰ ਇਸ ਸਾਲ ਦਾ ਸਭ ਤੋਂ ਸ਼ਕਤੀਸ਼ਾਲੀ ਤੂਫਾਨ ਮੰਨਿਆ ਜਾ ਰਿਹਾ ਹੈ। ਇਸ ਚੱਕਰਵਾਤੀ ਤੂਫਾਨ ਨੂੰ ਹਿਨਾਮੋਰ ਦਾ ਨਾਮ ਦਿੱਤਾ ਗਿਆ। ਫਿਲਮ ਬ੍ਰਹਮਸਤਰ 'ਚ ਅਹਿਮ ਭੂਮਿਕਾ 'ਚ ਨਜ਼ਰ ਆਵੇਗੀ ਮੋਨੀ ਰॉय। ਕਿਹਾ, ਮੇਰਾ ਕਿਰਦਾਰ ਬਹੁਤ ਚੁਣੌਤੀਪੂਰਨ ਹੈ। ਮੋਨੀ ਰॉय ਨੇ ਕਿਹਾ, ਫਿਲਮ ਦੇ ਵਿੱਚ ਰਣਬੀਰ ਕਪੂਰ, ਆਲੀਆ ਭੱਟ, ਨਾਗਾ ਅਰਜੁਨ ਤੇ ਅਮਿਤਾਭ ਬੱਚਨ ਵਰਗੇ ਸੁਪਰਸਟਾਰਾਂ ਤੋਂ ਇਲਾਵਾ ਸ਼ਾਹਰੁਖ ਖਾਨ ਵੀ ਇੱਕ ਵਿਸ਼ੇਸ਼ ਕੈਮੀਓ ਦੇ ਵਿੱਚ ਹੋਣਗੇ। ਬਿਗ ਬੌਸ 16 ਦੀ ਪ੍ਰੀਮੀਅਰ ਡੇਟ ਦੇ ਨਾਲ ਪ੍ਰਸ਼ੰਸਕਾਂ ਦਾ ਇੰਤਜ਼ਾਰ ਖਤਮ। ਰਿਪੋਰਟ ਦੇ ਮੁਤਾਬਿਕ ਇਹ ਸ਼ੋਅ 1 ਅਕਤੂਬਰ ਨੂੰ ਲਾਂਚ ਹੋ ਰਿਹਾ ਸੀ, ਪਰ ਹੁਣ ਤਾਜ਼ਾ ਰਿਪੋਰਟ ਦੇ ਵਿੱਚ ਸ਼ੋਅ ਦੀ ਰਿਲੀਜ਼ ਡੇਟ 8 ਅਕਤੂਬਰ ਦੱਸੀ ਜਾ ਰਹੀ ਹੈ। ਸਟਾਰ ਪਲੱਸ ਦੇ ਸ਼ੋਅ ਰਜੋ ਦੇ ਲਈ ਅਭਿਨੇਤਰੀ ਸੈਲੇਸਟੀ ਬੈਰਾਗੀ ਨੇ ਬਹੁਤ ਠੰਡ ਦੇ ਵਿੱਚ ਕੀਤੀ ਸ਼ੂਟਿੰਗ। ਆਪਣੇ ਕੰਮ ਦੇ ਬਾਰੇ ਗੱਲਬਾਤ ਕਰਦੇ ਅਭਿਨੇਤਰੀ ਨੇ ਕਿਹਾ, ਅਸੀਂ ਮਨਾਲੀ, ਕੁੱਲੂ ਤੇ ਰੋਹਤਾਂਗ ਨਜ਼ਦੀਕ ਆਪਣੇ ਬਾਹਰੀ ਦ੍ਰਿਸ਼ਾਂ ਦੀ ਸ਼ੂਟਿੰਗ ਕਰ ਰਹੇ ਸੀ। ਮੈਨੂੰ ਨੰਗੇ ਪੈਰੀ ਆਪਣੇ ਲੱਕ ਦੁਆਲੇ ਟਾਇਰ ਲਾ ਕੇ ਦੌੜਨਾ ਪਿਆ, ਜਿਸ ਨਾਲ ਮੱਛੀ ਦੀਆਂ 2 ਟੋਕਰੀਆਂ ਜੁੜੀਆਂ ਹੋਈਆਂ ਸਨ। ਕ੍ਰਾਈਮ ਥ੍ਰਿਲਰ ਫਿਲਮ ਜਮਤਾਰਾ ਸਬਕਾ ਨੰਬਰ ਆਏਗਾ ਦੇ ਦੂਜੇ ਸੀਜ਼ਨ ਦਾ ਟ੍ਰੇਲਰ ਵੀਰਵਾਰ ਨੂੰ ਹੋਇਆ ਰਿਲੀਜ਼। ਇਸ ਸੀਜ਼ਨ ਦੇ ਵਿੱਚ ਕਈ ਨਵੇਂ ਘੁਟਾਲੇ ਅਤੇ ਅਣਦੇਖੇ ਖਤਰੇ ਦੇਖਣ ਨੂੰ ਮਿਲਣਗੇ। ਨਵਾਂ ਸੀਜ਼ਨ ਪੁਰਾਣੇ ਵਿਰੋਧੀਆਂ ਨੂੰ ਨਵੇਂ ਕਿਰਦਾਰਾਂ ਦੇ ਨਾਲ ਮਿਲਾਉਂਦਾ ਹੈ, ਚੀਜ਼ਾਂ ਨੂੰ ਇੱਕ ਦੂਜੇ ਦੇ ਵਿਰੁੱਧ ਲਿਆਉਂਦਾ ਹੈ। ਤਾਮਿਲ, ਤੇਲੁਗੂ, ਮਲਿਆਲਮ 'ਚ ਧਮਾਲਾ ਪਾਉਣ ਤੋਂ ਬਾਅਦ ਹੁਣ ਮ੍ਰਿਣਾਲ ਠਾਕੁਰ ਅਤੇ ਦੁਲਕਰ ਸਲਮਾਨ ਦੀ ਫਿਲਮ ਸੀਤਾਰਾਮਸ ਹਿੰਦੀ ਦੇ ਵਿੱਚ ਵੀ ਧਮਾਲ ਮਚਾਉਣ ਦੇ ਲਈ ਤਿਆਰ। ਸੀਤਾਰਾਮਸ ਦਾ ਹਿੰਦੀ ਟ੍ਰੇਲਰ ਵੀ ਹੋਇਆ ਰਿਲੀਜ਼। ਸਾਊਥ ਤੋਂ ਬਾਅਦ ਹੁਣ ਮੇਕਰਸ ਇਸ ਖੂਬਸੂਰਤ ਲਵ ਸਟੋਰੀ ਨੂੰ ਹਿੰਦੀ ਦਰਸ਼ਕਾਂ ਤੱਕ ਲਿਆਉਣ ਦੀ ਕਰ ਰਹੇ ਨੇ ਕੋਸ਼ਿਸ਼। ਸ਼ੇਅਰ ਬਾਜ਼ਾਰ 'ਚ ਸ਼ੁਰੂਆਤੀ ਕਾਰੋਬਾਰ 'ਚ ਡਿੱਗਿਆ ਸੈਂਸੈਕਸ 898.61 ਅੰਕ ਤੇ ਡਿੱਗਿਆ। BSI ਦਾ ਸੈਂਸੈਕਸ ਸ਼ੁਰੂਆਤੀ ਕਾਰੋਬਾਰ 'ਚ 898.61 ਅੰਕ ਤੇ ਡਿੱਗ ਕੇ 58,638.46 ਤੇ ਆ ਗਿਆ। ਇਸ ਦੇ ਨਾਲ ਹੀ NSE ਨਿਫਟੀ 273.75 ਅੰਕ ਡਿੱਗ ਕੇ 17,885.55 ਤੇ ਆਇਆ। ਸ਼ੁਰੂਆਤੀ ਕਾਰੋਬਾਰ 'ਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਇਆ 14 ਪੈਸੇ ਡਿੱਗ ਕੇ 79.66 ਤੇ ਪੱਧਰ ਤੇ ਖੁੱਲਿਆ। ਅੰਤਰ ਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ 'ਚ ਡਾਲਰ ਦੇ ਮੁਕਾਬਲੇ ਰੁਪਇਆ 79.55 ਤੇ ਖੁੱਲਿਆ। ਬਾਅਦ ਦੇ ਵਿੱਚ ਇਹ ਰੇਟ ਹੋਰ ਘਟ ਗਿਆ ਅਤੇ 79.66 ਹੋ ਗਿਆ, ਜੋ ਪਿਛਲੀ ਬੰਦ ਕੀਮਤ ਦੇ ਮੁਕਾਬਲੇ 14 ਪੈਸੇ ਦੀ ਕਮਜ਼ੋਰੀ ਨੂੰ ਦਰਸਾਉਂਦਾ ਹੈ। ਸਪਾਈਸਜੈਟ ਦੇ ਸ਼ੇਅਰ ਸ਼ੁਰੂਆਤੀ ਕਾਰੋਬਾਰ 'ਚ ਕਰੀਬ 15% ਡਿੱਗੇ। ਇਸ ਤੋਂ ਪਹਿਲਾਂ ਕੰਪਨੀ ਨੇ ਕਿਹਾ ਕਿ ਉਸ ਨੂੰ ਜੂਨ ਤਿਮਾਹੀ ਦੇ ਵਿੱਚ 799 ਕਰੋੜ ਰੁਪਏ ਦਾ ਹੋਇਆ ਨੁਕਸਾਨ। BSE ਤੇ ਕੰਪਨੀ ਦਾ ਸਟਾਕ 14.65% ਡਿੱਗ ਕੇ 39.60 ਰੁਪਏ ਤੇ ਆ ਗਿਆ। ਹਾਲਾਂਕਿ ਇਹ ਕੁਝ ਸਮੇਂ ਬਾਅਦ ਠੀਕ ਹੋ ਗਿਆ ਅਤੇ 6.3% ਦੀ ਗਿਰਾਵਟ ਦੇ ਨਾਲ 43.60 ਰੁਪਏ ਤੇ ਵਪਾਰ ਕਰ ਰਿਹਾ ਹੈ। ਰਾਜਸਥਾਨ ਦੇ ਵਿੱਚ ਵਾਹਨ ਨੀਤੀ ਲਾਗੂ। 40 ਕਰੋੜ ਰੁਪਏ ਦੇ ਵਾਧੂ ਬਜਟ ਵਿਵਸਥਾ। ਇੱਕ ਅਧਿਕਾਰੀ ਨੇ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਇਸ ਨੀਤੀ ਦੇ ਤਹਿਤ ਸਰਕਾਰ ਨੇ ਅਜਿਹੇ ਵਾਹਨਾਂ ਦੀ ਖਰੀਦ ਤੇ ਪ੍ਰਸਤਾਵਿਤ ਇੱਕ ਮੁਸ਼ਤ ਯੋਗਦਾਨ ਦੇ ਲਈ 40 ਕਰੋੜ ਰੁਪਏ ਮਨਜ਼ੂਰ ਕੀਤੇ ਨੇ। ਅਧਿਕਾਰੀ ਨੇ ਦੱਸਿਆ ਕਿ ਟਰਾਂਸਪੋਰਟ ਅਤੇ ਸੁਰੱਖਿਆ ਵਿਭਾਗ ਦੇ ਵੱਲੋਂ ਬੁੱਧਵਾਰ ਨੂੰ ਇਸ ਸੰਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ। ਕਮਰਸ਼ੀਅਲ LPG ਦੀ ਕੀਮਤ ਦੇ ਵਿੱਚ 91.5 ਰੁਪਏ ਦੀ ਕਟੌਤੀ। ATF ਕੀਮਤ ਦੇ ਵਿੱਚ ਮਾਮੂਲੀ ਕਟੌਤੀ। ਜਨਤਕ ਖੇਤਰ ਦੀਆਂ ਤੇਲ ਮਾਰਕੀਟਿੰਗ ਕੰਪਨੀਆਂ ਦੀ ਕੀਮਤ ਨੋਟੀਫਿਕੇਸ਼ਨ ਦੇ ਅਨੁਸਾਰ 19 ਕਿਲੋ ਦੇ ਵਪਾਰਕ LPG ਸਿਲੰਡਰ ਦੀ ਦਿੱਲੀ ਦੇ ਵਿੱਚ ਕੀਮਤ ਹੁਣ 1,885 ਰੁਪਏ ਹੈ। ਇਹ ਕੀਮਤ ਪਹਿਲਾਂ 1,976 ਰੁਪਏ ਹੁੰਦੀ ਸੀ। ਭਾਰਤੀ ਗ੍ਰੈਂਡ ਮਾਸਟਰ ਅਲੀ ਰੇਜ਼ਾ ਫਿਰੋਜ਼ਾ ਨੇ ਰਚਿਆ ਇਤਿਹਾਸ, ਜਿੱਤਿਆ ਸੈਂਟ ਲੁਈਸ ਰੈਪਿਡ ਅਤੇ ਬਲਿਟਜ਼ ਸ਼ਤਰੰਜ ਟੂਰਨਾਮੈਂਟ ਦਾ ਖਿਤਾਬ। ਪਹਿਲੇ 3 ਦਿਨਾਂ ਦੇ ਵਿੱਚ ਰੈਪਿਡ ਸ਼੍ਰੇਣੀ ਦੇ ਵਿੱਚ ਚੋਟੀ ਤੇ ਰਹਿਣ ਵਾਲੀ ਅਲੀ ਰੇਜ਼ਾ ਤੇ ਇਸ ਫਾਰਮੈਟ ਤੇ ਬਲਿਟਜ਼ ਸ਼ਤਰੰਜ ਦੇ 18 ਮੁਕਾਬਲਿਆਂ ਤੋਂ ਬਾਅਦ ਵੀ ਉਸ ਨੂੰ ਚੋਟੀ ਤੋਂ ਨਹੀਂ ਹਟਾ ਸਕੀ।
एमा रादुकानु यूएस ओपन 2022 ਦੇ ਪਹਿਲੇ ਦੌਰ ਤੋਂ ਹੋਈ ਬਾਹਰ। ਫਰਾਂਸੀ ਐਲਿਸ ਕੋਰਨੇਟ ਨੇ ਦਿੱਤੀ ਮਾਤ। ਕੋਰਨੇਟ ਨੇ ਰਾਦੁਕਾਨੂੰ ਨੂੰ ਸਿੱਧੇ ਸੈਂਟਾ ਦੇ ਵਿੱਚ 6-3, 6-3 ਦੇ ਨਾਲ ਹਰਾ ਕੇ ਦੂਜੇ ਦੌਰ 'ਚ ਪ੍ਰਵੇਸ਼ ਕੀਤਾ, ਜਿੱਥੇ ਉਸ ਦਾ ਸਾਹਮਣਾ ਚੈੱਕ ਗਣਰਾਜ ਦੀ ਕਟਰੀਨਾ ਸਿਨੀਆਕੋਵਾ ਦੇ ਨਾਲ ਹੋਵੇਗਾ। T20 ਚ ਅਫਗਾਨਿਸਤਾਨ ਦੇ ਸਟਾਰ ਰਾਸ਼ਿਦ ਖਾਨ ਦਾ ਤੂਫਾਨੀ ਰਿਕਾਰਡ ICC ਰੈਂਕਿੰਗ ਦੇ ਵਿੱਚ ਤੀਜਾ ਸਥਾਨ ਕੀਤਾ ਹਾਸਲ। ਇਸ ਕਾਰਨ ਰਾਸ਼ਿਦ ਖਾਨ ਦੀ T20 ਕ੍ਰਿਕਟ ਦੇ ਵਿੱਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਗੇਂਦਬਾਜ਼ਾਂ ਦੀ ICC ਰੈਂਕਿੰਗ ਦੇ ਵਿੱਚ ਦੂਜੇ ਸਥਾਨ ਤੇ ਪਹੁੰਚ ਗਏ ਨੇ। ਦੱਸ ਦਈਏ ਉਹਨਾਂ ਦੇ ਅੰਕ 708 ਨੇ। ਟੀਮ ਇੰਡੀਆ ਦੇ ਬਾਦਸ਼ਾਹ ਵਿਰਾਟ ਕੋਹਲੀ ਦੀ T20 ਦੇ ਵਿੱਚ ਸਭ ਤੋਂ ਜ਼ਿਆਦਾ ਅਰਧ ਸੈਂਕੜੇ ਲਗਾਉਣ ਵਾਲੇ ਬਣੇ ਖਿਡਾਰੀ। ਸੂਰਿਆ ਕੁਮਾਰ ਯਾਦਵ ਦੀਆਂ 26 ਗੇਂਦਾਂ ਦੇ ਵਿੱਚ 68 ਦੌੜਾਂ ਅਤੇ ਵਿਰਾਟ ਕੋਹਲੀ ਦੇ ਅਰਧ ਸੈਂਕੜੇ ਦੀ ਮਦਦ ਨਾਲ ਭਾਰਤ ਨੇ ਏਸ਼ੀਆ ਕੱਪ T20 ਮੈਚ ਦੇ ਵਿੱਚ ਹਾਂਗਕਾਂਗ ਨੂੰ 40 ਦੌੜਾਂ ਦੇ ਨਾਲ ਹਰਾ ਕੇ ਗਰੁੱਪ A ਤੋਂ ਸੁਪਰ 4 ਦੇ ਵਿੱਚ ਕੀਤਾ ਪ੍ਰਵੇਸ਼।